प्रोग्राम मुद्दा यूएसए ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਦਿੱਲੀ ਦੇ ਬਾਰਡਰ ਤੇ ਚੱਲ ਰਿਹਾ ਕਿਸਾਨ ਮੋਰਚਾ ਦੁਨੀਆ ਭਰ ਦਾ ਸਿੱਖ ਭਾਈਚਾਰਾ ਵਿਸ਼ੇਸ਼ ਤੌਰ ਤੇ ਇਸ ਮੋਰਚੇ ਦੇ ਨਾਲ ਜੁੜਿਆ ਹੋਇਆ ਹੈ। ਜਜ਼ਬਾਤ ਜੁੜੇ ਹੋਏ ਨੇ। 550 ਤੋਂ ਉੱਪਰ ਇਹਦੇ ਵਿੱਚ ਕਿਸਾਨ ਸ਼ਹੀਦ ਹੋ ਚੁੱਕੇ ਨੇ, ਪਰ ਮਸਲਾ ਕਿਸੇ ਪਾਸੇ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਬਾਹਰ ਬੈਠਾ ਪੰਜਾਬੀ ਤੇ ਸਿੱਖ ਭਾਈਚਾਰਾ ਇਸ ਮੋਰਚੇ ਦੇ ਬਾਰੇ ਇਸ ਪੜਾਅ ਤੇ ਕੀ ਸੋਚਦਾ ਹੈ, ਕਿਸ ਤਰ੍ਹਾਂ ਨਾਲ ਇਸ ਮੋਰਚੇ ਨੂੰ ਅੱਗੇ ਲੈ ਕੇ ਜਾਣਾ ਹੈ ਔਰ ਕਿਸ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਣਾ ਚਾਹੀਦਾ ਹੈ। ਔਰ ਹੁਣ ਖਾਸ ਕਰਕੇ ਜੋ ਮੋਰਚੇ ਦੇ ਬਾਰੇ ਵੱਖ-ਵੱਖ ਤਰ੍ਹਾਂ ਦੇ ਖਬਰਾਂ ਆ ਰਹੀਆਂ ਨੇ, ਉਹਨਾਂ ਦੇ ਵਿੱਚ ਇਸ ਭਾਈਚਾਰੇ ਦਾ ਕੀ ਸੋਚਣਾ ਹੈ, ਇਹਦੇ ਬਾਰੇ ਗੰਭੀਰ ਤੇ ਇੱਕ ਸੰਜੀਦਾ ਚਰਚਾ ਕਰਨ ਲਈ ਮੈਰੀਲੈਂਡ ਵਰਜੀਨੀਆ ਦੇ ਪਤਵੰਤੇ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਸ਼ਮੀ ਜੀ, ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ। ਤੁਸੀਂ ਸੰਯੁਕਤ ਮੋਰਚੇ ਦੀ ਸਥਾਪਨਾ ਕੀਤੀ ਆ, ਤੁਹਾਡੀ ਚੜੂਨੀ ਸਾਹਿਬ ਨਾਲ ਤੇ ਟਕੈਤ ਸਾਹਿਬ ਨਾਲ ਪਿਛਲੇ ਦਿਨਾਂ ਗੱਲਬਾਤ ਵੀ ਹੋਈ ਆ। ਕੀ ਕਹਿਣਾ ਹੈ ਤੁਹਾਡਾ ਇਸ ਮੋਰਚੇ ਬਾਰੇ? ਇਹ ਜੋ ਕਿਸਾਨ ਮੋਰਚਾ ਚੱਲ ਰਿਹਾ ਪਿਛਲੇ 9 ਮਹੀਨੇ ਤੋਂ ਦਿੱਲੀ ਦੇ ਵਿੱਚ, ਸਾਰੇ ਇੰਡੀਆ ਦੇ ਵਿੱਚ, ਉਸ ਮੋਰਚੇ ਦੇ ਵਿੱਚ ਪਹਿਲੀ ਗੱਲ ਤਾਂ ਸਾਡੇ 500 ਸ਼ਹੀਦ ਹੋ ਗਏ ਆ ਕਿਸਾਨ ਮੋਰਚੇ 'ਤੇ। ਗਰਮੀਆਂ 'ਚ ਸਰਦੀਆਂ ਉਹਨਾਂ ਨੇ ਵਾਹੀਆਂ, ਹਨੇਰੀ ਤੇ ਰੇਨੀ ਦੇ ਵਿੱਚ ਵੀ ਅਜੇ ਵੀ ਸਾਡਾ ਕਿਸਾਨ ਮੋਰਚਾ ਚੱਲ ਰਿਹਾ ਹੈ। ਤੁਹਾਨੂੰ ਯਾਦ ਹੋਵੇਗਾ 1907 ਵਿੱਚ ਜਿਹੜਾ ਮੋਰਚਾ ਲੱਗਿਆ ਸੀ ਬ੍ਰਿਟਿਸ਼ ਗਵਰਨਮੈਂਟ ਵੇਲੇ, ਉਹ ਮੋਰਚਾ ਵੀ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਨੇ ਚਲਾਇਆ ਸੀ ਤੇ 7 ਮਹੀਨੇ ਦੇ ਵਿੱਚ ਉਹਦਾ ਫੈਸਲਾ ਹੋ ਗਿਆ ਸੀ। ਬ੍ਰਿਟਿਸ਼ ਗਵਰਨਮੈਂਟ ਨੇ ਵਾਪਸ ਲੈ ਲਏ ਸੀ ਉਹ ਕਾਨੂੰਨ ਤਿੰਨੋਂ। ਮੈਂ ਇਸ ਗੱਲ ਤੇ ਅਚਰਜ ਹਾਂ ਕਿ ਇਹ ਸਾਡੀ ਜੋ ਕਰੰਟ ਗਵਰਨਮੈਂਟ ਹੈ, ਇਹ ਮੋਰਚੇ ਨੂੰ 9 ਮਹੀਨੇ ਹੋ ਗਏ, ਅਜੇ ਵੀ ਉਹ ਕੋਈ ਸੁਣਵਾਈ ਨਹੀਂ ਕਰ ਰਹੀ, ਉਹਨਾਂ ਨੂੰ ਬੁਲਾ ਕੇ ਕੋਈ ਟੇਬਲ ਟਾਕ ਨਹੀਂ ਕਰ ਰਹੀ। ਤੇ ਮੈਂ ਇਹੀ ਰਿਕੁਐਸਟ ਕਰਾਂਗਾ ਇੰਡੀਅਨ ਗਵਰਨਮੈਂਟ ਨੂੰ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਬੁਲਾ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਤੇ ਵਾਪਸ ਇਹਦੇ ਤਿੰਨੋਂ ਕਾਨੂੰਨ ਹੈ ਵਾਪਸ ਕੀਤੇ ਜਾਣ। ਇਹ ਰਾਜਾ ਜੀ ਕਹਿ ਰਹੇ ਨੇ ਕਿ ਹੱਲ ਕੀਤਾ ਜਾਵੇ, ਉਹਦੇ ਬਾਰੇ ਅਪੀਲਾਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਸਮਝਦੇ ਹੋ ਕਿ ਜਿੰਨਾ ਕੁ ਦਬਾਅ ਹੈਗਾ ਆ ਇਹ ਇਨਫ ਆ? ਦਬਾਅ ਬਹੁਤ ਵਧੀਆ ਚੱਲ ਰਿਹਾ ਜੀ, ਹੋਰ ਵੀ ਚੱਲੇਗਾ। ਅਸੀਂ ਸਾਰੇ ਕਿਸਾਨ ਮੋਰਚੇ ਦੇ ਨਾਲ ਆ। ਬਾਕੀ ਜਿਹੜੀ ਰਹਿੰਦੀ ਗੱਲ ਆ, ਕੋਈ ਗੋਦੀ ਮੀਡੀਆ ਵੱਲੋਂ ਜਾਂ ਦੂਜਿਆਂ ਵੱਲੋਂ ਕਈ ਇਹ ਗੱਲ ਛਾਲੀ ਜਾਂਦੀ ਆ ਕਿ ਮੋਰਚਾ ਕਮਜ਼ੋਰ ਹੋ ਗਿਆ, ਦੇਖੋ ਜੀ ਟਰਾਲੀਆਂ ਵਾਪਸ ਜਾ ਰਹੀਆਂ। ਉਹ ਜ਼ਿਮੀਂਦਾਰ ਤਾਂ ਹੁਣ ਜ਼ਿਮੀਂਦਾਰ ਨੇ ਕੰਮ ਵੀ ਕਰਨਾ ਵਾ। ਜੇ ਇੱਕ ਟਰਾਲੀ ਜਿਹੜੀ ਆ ਮੋਰਚੇ ਤੋਂ ਪਿੰਡ ਨੂੰ ਵਾਪਸ ਆਉਂਦੀ ਆ, ਕੋਈ ਆਪਣੇ ਕੱਪੜੇ ਧੋਣ ਵਾਸਤੇ, ਕੋਈ ਖੇਤੀ ਕਰਨ ਵਾਸਤੇ, 2 ਟਰਾਲੀਆਂ ਮੋਰਚੇ ਜਾ ਵੀ ਰਹੀਆਂ ਵਾ। ਤੇ ਬਾਕੀ ਵੱਡੀ ਗੱਲ ਇਹ ਆ ਕਿ ਜਿੱਦਾਂ ਭਾਜੀ ਨਾਲ ਗੱਲ ਦੱਸੀ ਆ ਕਿ ਪਹਿਲਾ ਜਿਹੜਾ ਮੋਰਚਾ ਸੀ ਭਗਤ ਸਿੰਘ ਦੇ ਚਾਚਾ ਜੀ ਦੇ ਟਾਈਮ ਜਿਹੜਾ ਲੱਗਾ ਸੀ 7 ਮਹੀਨੇ ਵਿੱਚ ਉਹ ਜਿੱਤ ਲਿਆ ਗਿਆ ਸੀਗਾ, ਤੇ ਇਹਨੂੰ 9 ਮਹੀਨੇ ਹੋ ਗਏ ਆ। ਪਰ ਇਹ ਵੀ ਚੜ੍ਹਦੀ ਕਲਾ ਕੰਮ ਹੋ ਰਿਹਾ, ਇਤਿਹਾਸ ਸਿਰਜੇ ਜਾ ਰਹੇ ਆ। ਇਹ ਵਰਲਡ ਦੇ ਉੱਤੇ ਇਤਿਹਾਸ ਰਚੂਗਾ ਮੋਰਚਾ, ਇਹ ਕਾਮਯਾਬੀ ਮਿਲੂਗੀ, ਸਭ ਕੁਝ ਹੋਊਗਾ। ਬਾਕੀ ਬਹੁਤ ਅਸੀਂ ਨਾਲ ਆ ਮੋਰਚੇ ਦੇ, ਤੇ ਜੋ ਸਾਡੇ ਕੋਲ ਹੋ ਸਕਦਾ ਅਸੀਂ ਵੱਧ ਤੋਂ ਵੱਧ ਕਰ ਰਹੇ ਹਾਂ। ਜੇ ਅਸੀਂ ਤੋਂ ਹੀ ਜਾ ਨਹੀਂ ਸਕਦੇ ਤੇ ਜਿਹੜੇ ਸਾਡੇ ਪਿੱਛੇ ਭਰਾ ਸਾਡੇ ਬਜ਼ੁਰਗ ਬੈਠੇ ਆ, ਸਾਨੂੰ ਉਹਨਾਂ ਨੂੰ ਪੂਰਾ ਸਹਿਯੋਗ ਆ ਕਿ ਉਹ ਮੋਰਚੇ ਜਾਣ ਤੇ ਜਾਂਦੇ ਵੀ ਆ, ਤੇ ਅਸੀਂ ਕਰਦੇ ਰਹਾਂਗੇ। ਬਹੁਤ ਵਧੀਆ ਜੀ। ਭਾਜੀ ਕੀ ਕਹਿਣਾ ਹੈ ਤੁਹਾਡਾ? ਤੁਸੀਂ ਉੱਤਰਾਖੰਡ ਨੂੰ ਬਿਲੋਂਗ ਕਰਦੇ ਹੋ, ਯੂਪੀ ਵੀ, ਉੱਤਰਾਖੰਡ ਵੀ, ਹਰਿਆਣਾ, ਸਾਰਾ ਇੱਧਰਲੀਆਂ ਸਟੇਟਾਂ ਜਿਹੜੀਆਂ ਨੇ, ਰਾਜਸਥਾਨ ਤੱਕ ਇਸ ਮੋਰਚੇ ਨਾਲ ਜੁੜੀਆਂ ਹੋਈਆਂ ਨੇ। ਕਿਸ ਤਰ੍ਹਾਂ ਨਾਲ ਹੋਰ ਪ੍ਰੈਸ਼ਰ ਵਧਾਇਆ ਜਾ ਸਕਦਾ ਹੈ? ਤੁਹਾਡਾ ਇਹਦੇ ਬਾਰੇ ਕੀ ਪੁਆਇੰਟ ਆਫ ਵਿਊ? ਐਕਚੁਅਲੀ ਹੈਗਾ ਇਹ ਵੀ ਸਰਕਾਰ ਸਾਡੇ ਸਿਦਕ ਤੇ ਸਿਰੜ ਦੀ ਪ੍ਰੀਖਿਆ ਲੈਣਾ ਚਾਹੁੰਦੀ ਆ, ਤੇ ਇਹ ਕੌਮ ਔਰ ਖ਼ਾਸ ਤੌਰ ਤੇ ਜਿਹੜਾ ਕਿਸਾਨੀ ਖਿੱਤਾ ਇਹ ਬਹੁਤ ਸਿਦਕੀ ਔਰ ਸਿਰੜੀ ਬਹੁਤ ਹੈ, ਔਰ ਇਹਨੂੰ ਹਰਾਉਣਾ ਕੋਈ ਵੀ ਸਰਕਾਰ ਦੀ ਮਤਲਬ ਮਜਾਲ ਹੀ ਨਹੀਂ। ਉਹ ਬਹੁਤ ਗਲਤ ਪ੍ਰਯਾਸ ਕਰਨ ਡਏ ਨੇ। ਮੈਨੂੰ ਲੱਗਦਾ ਨਹੀਂ ਵੀ ਸਰਕਾਰ ਆਪਦੇ ਇਸ ਜੋ ਵੀ ਉਹਨਾਂ ਦਾ ਧਿਆਨ ਹੈ ਉਹਦੇ 'ਚ ਉਹ ਕਾਮਯਾਬ ਹੋਊਗੀ। ਤੇ ਜਿੱਥੇ ਤੱਕ ਸਾਡੀਆਂ ਦੂਜੀਆਂ ਸਟੇਟਾਂ ਉੱਤਰਾਖੰਡ ਤੇ ਯੂਪੀ, ਜਿੱਥੇ ਬਹੁਤੇ ਸਿੱਖ ਨਹੀਂ ਲੇਕਿਨ ਉੱਥੇ ਨੌਨ ਸਿੱਖ ਜਿਹੜੇ ਆਲਰੇਡੀ ਕਿਸਾਨ ਨੇ, ਉਹ ਬੜੇ ਹੌਸਲੇ ਦੇ ਨਾਲ ਜੁੜੇ ਹੋਏ ਨੇ, ਤੇ ਉਹਨਾਂ ਨੂੰ ਵੀ ਉਨੀ ਐਨਰਜੀ ਮਿਲਦੀ ਜਦੋਂ ਪੰਜਾਬ ਦੀ ਸੰਗਤਾਂ ਨੂੰ ਦੇਖਦੇ ਆ, ਤੇ ਉਹਨਾਂ 'ਚ ਵੀ ਉਨਾ ਹੀ ਜੋਸ਼। ਜਿੱਦਾਂ ਤੁਸੀਂ ਦੇਖਿਆ ਸੀ ਵੀ ਸ਼ੁਰੂ 'ਚ ਪੰਜਾਬ ਦੇ ਹੀ ਲੋਕ ਉੱਥੇ ਸੀਗੇ ਜਿਨ੍ਹਾਂ ਨੂੰ ਸਰਕਾਰ ਨੇ ਅੱਤਵਾਦੀ ਕੋਈ ਕੁਛ ਐਲਾਨਿਆ, ਲੇਕਿਨ ਬਾਅਦ ਦੇ ਵਿੱਚ ਜਦੋਂ ਇਹ ਕੰਮ ਉਛਲਿਆ ਔਰ ਦੂਜੇ ਲੋਕਾਂ ਨੂੰ ਪਤਾ ਲੱਗਾ ਵੀ ਇਹ ਤਾਂ ਕੰਜ਼ੂਮਰ ਦੀ ਲੜਾਈ ਆ, ਨਾ ਕਿ ਇਕੱਲੇ ਕਿਸਾਨ ਦੀ ਲੜਾਈ ਆ। ਇਹ ਸਾਰੀ ਜਿਹੜੀ 133 ਕਰੋੜ ਜਿਹੜਾ ਬਹਿਨੋ ਭਾਈ ਵਾਲਾ ਪ੍ਰਧਾਨ ਮੰਤਰੀ ਕਹਿੰਦਾ ਸੀ ਨਾ, ਇਹ 133 ਕਰੋੜ ਜਿਹੜੀ ਪਾਪੂਲੇਸ਼ਨ ਆ ਉਹਨੂੰ ਲੁੱਟਣ ਦਾ ਇਹ ਕਾਨੂੰਨ ਹੈ ਬੇਸਿਕਲੀ। ਔਰ ਇਹ ਅੱਜ ਸਮਝ ਆ ਜੇ ਜਨਤਾ ਨੂੰ, ਕੱਲ੍ਹ ਆ ਜੇ, ਜਦੋਂ ਵੀ ਆ ਜੇ, ਤੇ ਉਦੋਂ ਹੀ ਇਹ ਸਰਕਾਰ ਦਾ ਹੁੰਜਾ ਫੇਰ ਹੋ ਜਾਣਾ ਹੈ। ਅੱਜ ਉਹ ਵੱਖਰੀ ਗੱਲ ਹੈ, ਕੋਈ ਰਾਮ ਮੰਦਿਰ ਦੇ ਨਾਂ 'ਤੇ ਵੋਟ ਪਾ ਰਿਹਾ ਜਾਂ ਕਿਸੇ ਦੇ ਵੀ ਨਾਂ 'ਤੇ ਵੋਟ ਪਾਉਂਦੇ ਆ, ਧਾਰਮਿਕ ਮੁੱਦੇ ਉਛਾਲ ਕੇ ਜਾਂ ਕੋਈ ਧਾਰਮਿਕ ਵਫਾਦ ਕੋਈ ਪਾ ਦਿੰਦੇ ਆ ਉੱਥੇ ਲੜਾਈ, ਤੇ ਉਹ ਕੰਮ ਹੁਣ ਚੱਲਣਾ ਨਹੀਂ ਬਹੁਤਾ ਚਿਰ।
ਜਦੋਂ ਜਦੋਂ ਵੀ ਇਹ ਸਰਕਾਰਾਂ ਕਿਸਾਨ ਦੇ ਨਾਲ ਇਹਨਾਂ ਨੇ ਲੜਾਈ ਪਾਈ ਹੈ, ਹਿਸਟਰੀ ਵੀ ਗਵਾਹ ਇਸ ਚੀਜ਼ ਦੀ, ਉਹ ਸਰਕਾਰਾਂ ਜੜ੍ਹਾਂ ਚੋਂ ਇਹ ਅਮਰ ਨਹੀਂ ਹੁੰਦੀ। ਸਰਕਾਰ ਕਦੀ ਅਮਰ ਨਹੀਂ ਹੋ ਸਕਦੀ, ਕੋਈ ਵੀ ਆ। ਤੇ ਇਹ ਆਪਣੇ ਆਪ ਨੂੰ ਸੋਚਦੇ ਆ ਵੀ ਅਸੀਂ ਇੱਥੇ ਪਰਮਾਨੈਂਟ ਆਏ ਆ, ਵਿਚ ਇਜ਼ ਇਹ ਟਰੂ ਨਹੀਂ ਗਾ। ਤੇ ਪਰਮਾਨੈਂਟ ਕੌਣ ਹੈ? ਜਿਹੜੇ ਸਾਡੇ ਸਦੀਆਂ ਤੋਂ ਪੁਰਾਣੇ ਸਮੇਂ ਤੋਂ ਆਪਾਂ ਕਿਸਾਨੀ ਜਿਹੜਾ ਖੇਤਾ ਸਾਡੇ ਨਾਲ ਜੁੜਿਆ। ਔਰ ਜਦੋਂ ਦਾ ਇਹ ਤੁਸੀਂ ਯਕੀਨ ਨਹੀਂ ਮੰਨੋਗੇ ਇਸ ਖਿੱਤੇ ਦੀਆਂ ਲੜਾਈਆਂ ਚੱਲੀਆਂ, ਸਾਡਾ ਸਗੋਂ ਹੋਰ ਰੂਹ ਨਾਲ ਜੁੜ ਗਈ ਆ। ਅਸੀਂ ਪਹਿਲਾਂ 2 ਵਾਰੀ ਫੋਨ ਕਰੀਦਾ ਸੀ, ਹੁਣ 4 ਵਾਰੀ ਫੋਨ ਕਰਕੇ ਪੁੱਛੀਦਾ ਵੀ ਕਿੱਦਾਂ ਫਸਲ ਬਾੜੀ ਆ। ਸੋ ਸਾਡਾ ਤੇ ਸਗੋਂ ਇਹਨਾਂ ਨੇ ਭਲਾ ਕਰਤਾ, ਸਾਡਾ ਤੇ ਸਗੋਂ ਅੰਦਰ ਜਾਗ ਗਿਆ ਕਿਸਾਨੀ ਵਾਲਾ। ਤੇ ਥੈਂਕ ਯੂ। ਇਹੀ ਮੇਰੀ ਗੱਲ ਆ ਵੀ ਇਹ ਸਿਰੜੀ ਕੌਮ ਆ, ਇਹਦੇ ਸਿਦਕ ਦੀ ਪ੍ਰੀਖਿਆ ਨਾ ਲਈ ਜਾਏ। ਅਸੀਂ ਰੋਜ਼ ਅਰਦਾਸਾਂ 'ਚ ਕਰਦੇ ਹਾਂ, ਸਿੱਖੀ ਸਿਦਕ ਭਰੋਸਾ ਦਈ ਦਾਤਿਆ, ਕਰਦੇ ਨਾ ਆਪਾਂ ਅਰਦਾਸ। ਇਹ ਸਾਨੂੰ ਪਾਵਰ ਐਨਰਜੀ ਉੱਥੋਂ ਮਿਲਦੀ ਆ। ਵੀ ਆਰ ਨਾਟ ਗੋਇੰਗ ਟੂ ਲੂਜ਼ ਦਿਸ ਗੇਮ। ਬਹੁਤ ਵਧੀਆ। ਸੇਠੀ ਸਾਹਿਬ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨਜ਼ਰ ਆ ਰਹੀਆਂ ਨੇ। ਉਹ ਕਹਿੰਦੇ ਚਡੂਨੀ ਸਾਹਿਬ ਕਹਿੰਦੇ ਨੇ ਅਸੀਂ ਇਲੈਕਸ਼ਨ ਲੜਨੀ ਆ, ਕੁਛ ਕਹਿੰਦੇ ਨੇ ਵੀ ਇਹਦੇ ਨਾਲ ਕਮਜ਼ੋਰ ਹੋ ਗਏ ਕਿਸਾਨ ਮੋਰਚੇ ਦੇ ਵਿੱਚ ਤਰੇੜਾਂ ਪੈ ਗਈਆਂ ਨੇ। ਤੁਹਾਡਾ ਕੀ ਪੁਆਇੰਟ ਆਫ ਵਿਊ ਆ? ਬੜੀ ਸ਼ਿੱਦਤ ਨਾਲ ਤੁਸੀਂ ਇਸ ਮੋਰਚੇ ਨਾਲ ਜੁੜੇ ਹੋਏ ਹੋ। ਮੈਂ ਪਹਿਲੇ ਤਾਂ ਇਹ ਕਹਿਣਾ ਚਾਹੁੰਦਾ ਜੀ ਕਿ ਕਿਸਾਨ ਮੋਰਚਾ ਕੋਈ ਥੱਲੇ ਨਹੀਂ ਗਿਆ, ਹਾਲੇ ਵੀ ਜ਼ੋਰ ਸ਼ੋਰ ਦੇ ਨਾਲ ਬਿਲਕੁਲ ਕਾਇਮ ਹੈਗਾ। ਚੰਦੂਨੀ ਸਾਹਿਬ ਕੁਝ ਰਾਜਨੀਤਿਕ ਕਰਕੇ ਕਰਨਾ ਚਾਹੁੰਦੇ ਨੇ ਇਸ ਚੀਜ਼ ਨੂੰ ਹੱਲ। ਸਾਡੇ ਕਈ ਜਿਹੜੇ ਹੈਗੇ ਨੇ ਉਹ ਕਹਿੰਦੇ ਰਾਜਨੀਤੀ 'ਚ ਨਹੀਂ ਆਉਣਾ। ਟਕੇਤ ਸਾਹਿਬ ਹਾਲੇ ਕੱਲ੍ਹ ਜਾਂ ਪਰਸੋਂ ਲਖਨਊ ਗਏ ਸੀ, ਇੰਨਾ ਇਕੱਠਾ ਹੋਇਆ ਯੂਪੀ ਦੇ ਵਿੱਚ, ਦੇਖਣ ਵਾਲਾ ਸੀ, ਸੜਕਾਂ ਜਾਮ ਹੋ ਗਈਆਂ ਸੀ। ਉਹਨਾਂ ਨੂੰ ਸੁਣਨ ਵਾਸਤੇ ਲੋਕੀ ਬੇਕਰਾਰ ਹੈਗੇ ਸੀ ਵੀ ਇਹ ਸਾਨੂੰ ਕੁਝ ਕਹਿਣ, ਅਸੀਂ ਉਹ ਤਿਆਰ ਹੈਗੇ ਸੀ ਸਭ ਕੁਝ ਕਰਨ ਨੂੰ। ਜਦ ਕਿ ਯੂਪੀ ਗੌਰਮੈਂਟ ਕਹਿੰਦੇ ਕਿ ਯੂਪੀ 'ਚ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ, ਉੱਥੇ ਯੂਪੀ 'ਚ ਹੀ ਹੈਗਾ, ਹਰ ਜਗ੍ਹਾ 'ਤੇ ਹੈਗਾ। ਔਰ ਸਾਡੇ ਪੂਰੇ ਸਾਰੇ ਜਿੰਨੇ ਕਿਸਾਨ ਨੇਤਾ ਨੇ ਉਹ ਸਾਰੇ ਇਕੱਠੇ ਨੇ। ਕੁਛ ਦੀ ਜਿਹੜੀ ਆਪਣੇ ਵਿਚਾਰ ਨੇ ਉਹ ਥੋੜ੍ਹੇ ਅਲੱਗ ਨੇ, ਲੇਕਿਨ ਕੋਈ ਵੀ ਨੇਤਾ ਚੰਦੂਨੀ ਸਾਹਿਬ ਵੀ ਹੋਣ ਉਹ ਇੱਥੋਂ ਦੂਰ ਨਹੀਂ ਜਾ ਸਕਦੇ, ਉਹ ਸਾਡੇ ਨਾਲ ਹੀ ਹੈਗੇ ਨੇ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੀ ਆਮ ਜਨਤਾ, ਆਮ ਜਿਹੜੀ ਦੁਨੀਆ ਹੈ, ਉਹ ਕਿੱਥੇ ਵੀ ਬੈਠੀ ਹੋਈ ਹੈ, ਇੰਡੀਅਨ ਜਿਹੜੀ ਵੀ ਆਪਣਾ ਪਬਲਿਕ ਹੈਗੀ ਹੈ, ਉਹ ਸਾਰੇ ਕਿਸਾਨ ਨੇਤਾ ਨੂੰ ਸਪੋਰਟ ਕਰ ਰਹੇ ਨੇ। ਔਰ ਹੋਰ ਇੱਕ ਗੱਲ ਕਹਿਦਾ, ਇੰਦਰਾ ਗਾਂਧੀ ਇੰਨੀ ਵੱਡੀ ਉਹ ਮੰਨੀ ਗਈ ਹੈ ਪੋਲਿਟਿਕਸ ਦੇ ਵਿੱਚ, ਉਹ ਹਾਰ ਗਈ ਸੀਗੀ ਤੇ ਮੋਦੀ ਸਾਹਿਬ ਵੀ ਜੀਤ ਨਹੀਂ ਸਕਦੇ ਇਸ ਤੋਂ ਦੀ। ਕਿਸਾਨਾਂ ਦੇ ਅੱਗੇ ਇਹਨਾਂ ਨੂੰ ਸਿਰ ਝੁਕਾਉਣਾ ਪਏਗਾ, ਇਹ ਕਾਨੂੰਨ ਵਾਪਸ ਲੈਣੇ ਪੈਣਗੇ, MSP ਦੇ ਉੱਤੇ ਗਾਰੰਟੀ ਦੇਣੀ ਪਏਗੀ। ਗੁਜਰਾਲ ਸਾਹਿਬ, ਥੋੜ੍ਹਾ ਜਿਹਾ ਇਹਨਾਂ ਨੇ ਕੀਤਾ ਕਿ ਬੜਾ ਸਵਾਗਤ ਟਕੈਤ ਸਾਹਿਬ ਦਾ ਯੂਪੀ 'ਚ ਕੀਤਾ ਗਿਆ। ਕਿਤੇ ਨਾ ਕਿਤੇ ਇੰਜ ਨਹੀਂ ਲੱਗਦਾ ਕਿ ਹੁਣ ਇਹਦੇ ਵਿੱਚ ਰਾਜਨੀਤੀ ਦੀ ਗੱਲ ਚੱਲ ਪਈ ਆ? ਭਾਵੇਂ ਘੱਟ ਚੱਲੀ ਹੋਵੇ, ਸਰਕਾਰਾਂ ਉਹਨੂੰ ਵੱਡਾ ਕਰਕੇ ਬਣਾਉਂਦੀਆਂ ਨੇ ਤਾਂ ਕਿ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗਲਤ ਫਹਿਮੀਆਂ ਪੈਦਾ ਹੋਣ। ਇਹਨਾਂ ਗਲਤ ਫਹਿਮੀਆਂ ਨੂੰ ਦੂਰ ਕਿਵੇਂ ਕਰਾਂ? ਕਿਵੇਂ ਆਪਾਂ ਨੂੰ ਇਹਨਾਂ ਗਲਤ ਫਹਿਮੀਆਂ ਨੂੰ ਆਪਾਂ ਕਿਵੇਂ ਦੂਰ ਕਰੀਏ ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਇਹ ਲੱਗਦਾ ਕਿ ਮੋਰਚੇ ਦੇ ਲੀਡਰਾਂ ਦੇ ਵਿੱਚ ਤਰੇੜਾਂ ਪੈ ਗਈਆਂ ਨੇ, ਇਹ ਰਾਜਨੀਤੀ ਦੀ ਗੱਲ ਕਰਨ ਲੱਗ ਪਏ ਨੇ। ਸੇਠੀ ਸਾਹਿਬ ਨੇ ਇੱਕ ਗੱਲ ਕਹੀ ਆ ਕਿ ਉਹ ਰਾਜਨੀਤੀ ਦੇ ਨਾਲ, ਰਾਜਨੀਤਿਕ ਢੰਗ ਦੇ ਨਾਲ ਇਹਨੂੰ ਹੱਲ ਕਰਨਾ ਚਾਹੁੰਦੇ ਨੇ। ਤੁਹਾਡਾ ਇਹਦੇ ਬਾਰੇ ਕੀ ਪੁਆਇੰਟ ਆਫ ਵਿਊ ਆ? ਸਭ ਤੋਂ ਪਹਿਲਾਂ ਜੀ ਜਿਹੜੀ ਗੱਲ ਸ਼ੇਠੀ ਸਾਹਿਬ ਨੇ ਕਹੀ ਹੈ ਉਸ ਗੱਲ 'ਤੇ ਕੁਝ ਹੱਦ ਤੱਕ ਮੈਂ ਵੀ ਸਹਿਮਤ ਹਾਂ। ਪਰ ਸਾਡੇ ਕਿਸਾਨ ਮੋਰਚੇ ਦੇ ਖਾਸ ਕਰ ਲੀਡਰਾਂ ਦਾ ਜਿਹੜੀ ਉਹਦੀ ਐਪਰੀਸ਼ੀਏਟ ਕਰਨੇ ਆ ਅਸੀਂ, ਉਹਨਾਂ ਨੇ ਅੱਜ ਤੱਕ ਵੀ ਆਪਣਾ ਸਟੇਜ ਕਿਸੇ ਪਾਰਟੀ ਨਾਲ ਸਾਂਝਾ ਨਹੀਂ ਕੀਤਾ। ਨਾ ਕਿਸੇ ਪਾਰਟੀ ਲੀਡਰ ਨੂੰ ਉੱਥੇ ਚੜ੍ਹਨ ਦਿੱਤਾ, ਨਾ ਕਿਸੇ ਨੂੰ ਬੋਲਣ ਦਿੱਤਾ, ਤੇ ਨਾ ਉਹ ਕਿਸੇ ਪਾਰਟੀ ਦੇ ਆਪ ਅੱਗੇ ਕਰ। ਜਿਵੇਂ ਕਿ ਰਾਜੇਵਾਲ ਸਾਹਿਬ ਦਾ ਨਾਮ ਛਾਲਿਆ ਗਿਆ ਸੀਗਾ ਕਿ ਆਮ ਆਦਮੀ ਪਾਰਟੀ ਵੱਲੋਂ CM ਦੇ ਕੈਂਡੀਡੇਟ ਹੋਣਗੇ, ਪਰ ਉਹਨਾਂ ਨੇ ਬਿਲਕੁਲ ਦਰਕਿਨਾਰ ਕਰ ਦਿੱਤਾ। ਇਹ ਸਾਡੀ ਲੜਾਈ ਜਿਹੜੀ ਹੈ ਸਿਰਫ ਕਿਸਾਨੀ ਲੜਾਈ ਹੈਗੀ ਹੈ। ਅਸੀਂ ਪੋਲੀਟੀਕਲ ਅਤੇ ਇਨਵਾਲਵ ਹੋਣਾ ਨਹੀਂ ਚਾਹੁੰਦੇ। ਪਰ ਠੀਕ ਹੈ, ਜੇ ਪੋਲੀਟੀਕਲ ਵੈਸੇ ਵੀ ਜਾਣਾ ਪਏਗਾ ਜੇ ਸਾਨੂੰ ਕੋਈ ਇਸ਼ੂ ਹੱਲ ਕਰਨਾ ਪਏ, ਕਿਉਂਕਿ ਉਹਦੇ ਇਲਾਵਾ ਵੀ ਜੇ ਟੇਬਲ ਟਾਕ ਹੈ ਉਹਦੇ ਵਾਸਤੇ ਵੀ ਸਾਨੂੰ ਲੀਡਰ ਚਾਹੀਦੇ ਨੇ। ਤੇ ਇਹ ਕਿਸਾਨ ਲੀਡਰ ਜੋ ਇਸ ਟਾਈਮ ਜਿਹੜੇ ਰਾਜੇਵਾਲ ਸਾਹਿਬ, ਚਡੂਨੀ ਸਾਹਿਬ ਔਰ ਆਪਣਾ ਟਕੇਤ ਸਾਹਿਬ ਜਿਸ ਤਰ੍ਹਾਂ ਅੱਗੇ ਵੱਧ ਰਹੇ ਨੇ, ਸਾਡਾ ਹਰ ਵੇਲੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਬਿਲਕੁਲ ਸਹਿਯੋਗ ਕਰਨ ਨੂੰ ਤਿਆਰ ਘਟਿਆ। ਇਹਦੇ ਬਾਰੇ ਸਾਡੀ ਗੱਲਬਾਤ ਜਾਰੀ ਰਹੇਗੀ, ਪਰ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਗੱਲਬਾਤ ਚੱਲ ਰਹੀ ਹੈ ਦਿੱਲੀ ਦੇ ਬਰੂਹਾਂ 'ਤੇ ਚੱਲ ਰਿਹਾ ਕਿਸਾਨ ਮੋਰਚਾ। ਬਾਹਰ ਬੈਠਾ ਸਾਡਾ ਭਾਈਚਾਰਾ ਇਹਦੇ ਬਾਰੇ ਹੁਣ ਕੀ ਸੋਚਦਾ ਹੈ? ਕਈ ਤਰ੍ਹਾਂ ਦੇ ਸਰੋਕਾਰ ਨਵੇਂ ਪੈਦਾ ਹੋ ਰਹੇ ਨੇ, ਸਰਕਾਰਾਂ ਦੀਆਂ ਕੋਸ਼ਿਸ਼ਾਂ ਨੇ, ਵਿਕਾਊ ਮੀਡੀਆ ਇਹਦੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ ਕਿ ਇਹ ਮੋਰਚਾ ਹੁਣ ਉਸ ਜੋਬਨ 'ਤੇ ਨਹੀਂ ਰਿਹਾ। ਇੱਥੋਂ ਦੇ ਭਾਈਚਾਰੇ ਦਾ ਕਹਿਣਾ ਹੈ ਕਿ ਇਹ ਮੋਰਚਾ ਉਨਾ ਚਿਰ ਤੱਕ ਉਸੇ ਹੀ ਜੋਬਨ 'ਤੇ ਰਹੇਗਾ ਜਿੰਨਾ ਚਿਰ ਤੱਕ ਇਹ
ਜਿੱਤ ਹਾਸਲ ਨਹੀਂ ਕਰ ਲੈਂਦਾ। ਸਾਡੇ ਭਾਈਚਾਰੇ ਦੇ ਹੋਰ ਪਤਵੰਤੇ ਸਾਡੇ ਨਾਲ ਨੇ। ਮੈਨੂੰ ਇਹ ਦੱਸੋ ਕਿ ਜਿਹੜੀ ਇਸ ਵੇਲੇ ਇਹ ਮੋਰਚੇ ਦੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਇਹਦੇ ਲੀਡਰ ਰਾਜਨੀਤੀ ਦੇ ਵਿੱਚ ਪੈ ਗਏ ਨੇ ਜਾਂ ਹੁਣ ਇਹ ਜੋਸ਼ ਮੱਠਾ ਪੈ ਗਿਆ ਹੈ, ਇੱਥੇ ਬੈਠਾ ਹੋਇਆ ਸਾਡਾ ਇਹ ਸਾਰਾ ਭਾਈਚਾਰਾ ਜਾਂ ਤੁਹਾਡਾ ਆਪਣਾ ਜਾਤੀ ਇਹਦੇ ਬਾਰੇ ਕੀ ਰਾਏ ਹੈ? ਹਾਂਜੀ, ਅਸੀਂ ਵੀ ਇੱਥੇ ਪੰਜਾਬ ਦੇ ਪਿੰਡਾਂ ਤੋਂ ਆ ਤੇ ਸਾਡਾ ਪਿੰਡ ਰਾਬਤਾ ਕਾਇਮ ਆ, ਗੱਲਬਾਤ ਹੁੰਦੀ ਰਹਿੰਦੀ ਆ ਤੇ ਸਾਡੇ ਪਿੰਡ ਤੋਂ ਵੀ ਰੈਗੂਲਰਲੀ ਲੋਕੀ ਜਾ ਰਹੇ ਨੇ। ਪਿੱਛੇ ਪਿੰਡ ਵੀ ਆਉਣਾ ਪੈਂਦਾ ਕਿਉਂਕਿ ਹੁਣ ਮੋਰਚਾ ਬਹੁਤ ਲੰਬਾ ਚਲੇ ਗਿਆ ਤਾਂ ਪਿੰਡ ਵੀ ਚੱਕਰ ਮਾਰਨੇ ਪੈਂਦਾ ਕੰਮ ਧੰਦੇ ਦੇਖਣ ਲਈ, ਪਰ ਉਹ ਰੈਗੂਲਰਲੀ ਜਾ ਰਹੇ ਨੇ। ਉਸੇ ਤਰ੍ਹਾਂ ਨਾਲ ਲੋਕਾਂ 'ਚ ਜੋਸ਼ ਆ ਤੇ ਸਾਰੇ ਇਹੀ ਕਹਿ ਰਹੇ ਨੇ ਅਸੀਂ ਜਿੱਤ ਕੇ ਹੀ ਵਾਪਸ ਮੁੜਾਂਗੇ। ਤੇ ਇਹ ਮੋਰਚਾ ਇੱਦਾਂ ਦਾ ਕਿ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੋਈ ਵੱਡਾ ਕਿਸਾਨ ਆ ਕੋਈ ਛੋਟਾ ਕਿਸਾਨ ਆ ਕਿ ਕਿਸੇ ਨੂੰ ਫਰਕ ਪੈਣਾ ਕਿਸੇ ਨੂੰ ਨਹੀਂ ਪੈਣਾ, ਸਾਰੇ ਹੀ ਇੰਪੈਕਟਡ ਨੇ। ਇਹਦੇ ਕਿ ਡੋਮੀਨੋ ਇਫੈਕਟ ਆ, ਇਹਦੇ ਨਾਲ ਆਪਣੇ ਮਜ਼ਦੂਰ ਵੀ ਇੰਪੈਕਟਡ ਨੇ, ਹਰ ਕੋਈ ਇੰਪੈਕਟਡ ਆ। ਇੱਕ ਡੋਮੀਨੋ ਡਿੱਗੇਗਾ ਤਾਂ ਸਾਰੇ ਹੀ ਡਿੱਗਣਗੇ। ਤਾਂ ਪਰ ਇਸ ਲਈ ਸਾਰਿਆਂ 'ਚ ਜੋਸ਼ ਆ। ਸਭ ਨੂੰ ਪਤਾ ਕਿ ਜੇ ਕਿਤੇ ਇੱਕ ਕਾਨੂੰਨ ਕੈਂਸਲ ਨਾ ਹੋਏ ਤਾਂ ਫਿਰ ਅੱਗੇ ਫਿਊਚਰ ਪੰਜਾਬ ਦਾ ਬਹੁਤ ਖਰਾਬ ਆ। ਤੁਸੀਂ ਕਿਵੇਂ ਸੋਚਦੇ ਹੋ ਜੇ ਹੁਣ ਤੱਕ ਮੋਦੀ ਸਰਕਾਰ ਨੇ ਇਹਦੇ ਲਈ ਅਗਲਾ ਕਦਮ ਨਹੀਂ ਪੁੱਟਿਆ, ਸੋ ਆਪਾਂ ਨੂੰ ਇੱਥੇ ਬਾਹਰ ਬੈਠਿਆਂ ਹੁਣ ਕਿਸ ਤਰ੍ਹਾਂ ਦਾ ਦਬਾਅ ਬਣਾਉਣਾ ਚਾਹੀਦਾ ਹੈ? ਆਈ ਥਿੰਕ ਆਪਾਂ ਨੂੰ ਟਰਾਈ ਕਰਨਾ ਚਾਹੀਦਾ ਅਮਰੀਕਨ ਗੌਰਮੈਂਟ ਦੇ ਥਰੂ ਦਬਾਅ ਬਣਾਉਣ ਦੀ। ਆਪਣੇ ਸੈਨੇਟਰਸ ਤੱਕ ਪਹੁੰਚ ਕਰੋ, ਕਾਂਗਰਸਮੈਨ ਤੱਕ ਪਹੁੰਚ ਕਰੋ। ਜਦੋਂ ਅਮਰੀਕਾ ਤੋਂ ਕੋਈ ਆਵਾਜ਼ ਆਉਂਦੀ ਹੈ ਕਿ ਅਮਰੀਕਾ ਤਾਂ ਸਰਪੰਚ ਆ ਦੁਨੀਆ ਦਾ, ਤਾਂ ਜਦੋਂ ਅਮਰੀਕਾ ਤੋਂ ਕੋਈ ਆਵਾਜ਼ ਆਉਂਦੀ ਆ ਤਾਂ ਸਾਰੇ ਸੀਰੀਅਸਲੀ ਲੈਂਦੇ ਨੇ। ਉੱਥੇ ਇੰਡੀਅਨ ਮੈਂਬਰ ਆਫ ਪਾਰਲੀਮੈਂਟ, ਪ੍ਰਾਈਮ ਮਿਨਿਸਟਰ, ਸਾਰੇ ਕੋਈ। ਪਰ ਇਹਦੇ ਵਿੱਚ ਮੈਨੂੰ ਥੋੜ੍ਹਾ ਇੱਕ ਡਰ ਲੱਗ ਰਿਹਾ ਕਿ ਮੋਦੀ ਹੁਣ ਟਸ ਤੋਂ ਮਸ ਨਹੀਂ ਹੋ ਰਿਹਾ, ਪਰ ਇਹ ਹੋ ਸਕਦਾ ਕਿ ਜਦ ਪੰਜਾਬ ਦੀ ਇਲੈਕਸ਼ਨ ਆਵੇ ਉਸ ਦੇ ਨੇੜੇ ਜਾ ਕੇ ਉਹ ਕੋਈ ਗੰਦੀ ਰਾਜਨੀਤਿਕ ਖੇਡ ਖੇਡੇ ਅਤੇ ਉਹਦਾ ਮਾੜੇ ਅਸਰ ਹੋ ਸਕਦੇ ਹਨ। ਜਿੱਦਾਂ ਮੇ ਵੀ ਟੈਂਪਰੇਰੀਲੀ ਕੋਈ ਇੱਦਾਂ ਦੀ ਗੇਮ ਖੇਡੇ ਕਿ ਪੰਜਾਬ ਦੀ ਇਲੈਕਸ਼ਨ ਜਿੱਤਣ ਲਈ। ਮੈਨੂੰ ਲੱਗਦਾ ਕਿ ਕਈ ਵਾਰ ਲੱਗਦਾ ਕਿ ਇਹ ਸਿਰਫ ਗੇਮ ਹੀ ਆ ਕਿ ਇਲੈਕਸ਼ਨ ਤੱਕ ਕਿਸੇ ਲੋ ਟੰਗੋ ਅਤੇ ਮਗਰੋਂ ਕੋਈ ਇੱਦਾਂ ਇਹਨੂੰ ਕਰ ਦਿਓ, ਕਾਨੂੰਨ ਕੈਂਸਲ ਕਰ ਦਿਓ ਕਿਸੇ ਲੋ ਟੈਂਪਰੇਰੀਲੀ, ਜਾਂ ਅਤੇ ਫਿਰ ਆਪੇ ਮੋਰਚਾ ਖਤਮ ਹੋ ਜਾਏਗਾ ਅਤੇ ਪੰਜਾਬ ਦੇ ਵਿੱਚ ਇਲੈਕਸ਼ਨ ਵੀ ਜਿੱਤ ਸਕਦੇ ਨੇ। ਪਰ ਉਹਦੇ ਵਿੱਚ ਇਹ ਦੇਖੋ ਨਾ ਆਪਣਾ ਕਿੰਨਾ ਨੁਕਸਾਨ ਹੋਏਗਾ, ਆਪਣੇ ਕਿੰਨੇ ਕਿਸਾਨ ਭਰਾ ਨੌਜਵਾਨ ਉੱਥੇ ਕਿੰਨੇ ਹੋਰ ਸ਼ਹੀਦ ਹੋ ਜਾਣਗੇ ਤਦ ਤੱਕ। ਕਿਉਂਕਿ ਸੁਰਿੰਦਰ ਜੀ, ਜਿਸ ਤਰ੍ਹਾਂ ਨਾਲ ਸਾਰੀ ਇਹਨਾਂ ਨੇ ਗੱਲਬਾਤ ਕੀਤੀ ਹੈ, ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਵੱਖ-ਵੱਖ ਜਗ੍ਹਾ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰੋਟੈਸਟ ਕਰ ਰਹੇ ਹਾਂ ਪਰ ਵਜ੍ਹਾ ਪ੍ਰਭਾਵ ਪਾਉਣ 'ਚ ਅਸੀਂ ਪੂਰੀ ਤਰ੍ਹਾਂ ਨਾਲ ਸਫਲ ਨਹੀਂ ਹੋ ਸਕੇ? ਤੁਹਾਨੂੰ ਕਿਵੇਂ ਲੱਗਦਾ ਕਿ ਅਸੀਂ ਇੱਕ ਵਜ੍ਹਾ ਪ੍ਰਭਾਵ, ਚਾਹੇ ਉਹ ਵਾਈਟ ਹਾਊਸ 'ਚ ਹੋਵੇ, ਕੈਪੀਟਲ 'ਤੇ ਹੋਵੇ ਜਾਂ ਇਹਨਾਂ ਥਾਵਾਂ ਦੇ ਉੱਤੇ, ਕੀ ਕਹਿਣਾ ਇਹਦੇ ਬਾਰੇ ਤੁਹਾਡਾ? ਸਾਡੇ ਅਸੀਂ ਸਾਰੇ ਕਿਸਾਨਾਂ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਮੋਦੀ ਸਰਕਾਰ ਦੇ ਅਗੇਂਸਟ ਬੋਲਣਾ ਚਾਹੀਦਾ ਹੈ। ਅਤੇ ਸਾਨੂੰ ਇਹ ਵੀ ਚਾਹੀਦਾ ਹੈ ਸਾਡੀਆਂ ਜੋ ਸਿੱਖ ਪੰਥਕ ਕਮੇਟੀਆਂ ਹਨ ਉਹਨਾਂ ਨੂੰ ਵੀ ਨਾਲ ਸਾਡਾ ਸਾਥ ਦੇਣਾ ਚਾਹੀਦਾ ਹੈ। ਅਸੀਂ ਸਮਝਦੇ ਹਾਂ ਕਿ ਜਿਹੜੀ ਸਿੱਖ ਪੰਥਕ ਕਮੇਟੀ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀ, ਕੋਈ ਵੀ ਸਾਡਾ ਇਸ ਅੰਦੋਲਨ ਦੇ ਵਿੱਚ ਸਾਥ ਨਹੀਂ ਦੇ ਰਹੀ। ਇਹ ਸਿਰਫ ਸਪੀਚਾਂ ਦੇ ਰਹੇ ਹਨ ਕਿ ਕਿਸਾਨ ਅੰਦੋਲਨ ਦਾ ਕੋਈ ਵੀ ਸਾਡਾ ਕੋਈ ਭਰਵਾਂ ਸਾਥ ਨਹੀਂ ਦੇ ਰਹੀ। ਅਸੀਂ ਇਹ ਸੋਚ ਰਹੇ ਹਾਂ ਕਿ ਸਾਨੂੰ ਇਹਨਾਂ ਨੂੰ ਚਾਹੀਦਾ ਹੈ ਕਿ ਸਾਡੇ ਨਾਲ ਮੋਢਾ ਲਾ ਕੇ ਅਸੀਂ ਵੀ ਕਿਸਾਨ ਅੰਦੋਲਨ ਦੇ ਵਿੱਚ ਨਾਲ ਚੱਲੀਏ। ਅਸੀਂ ਇਹ ਵੇਖਿਆ ਹੈ ਵੀ ਸਾਡੀਆਂ ਭੈਣਾਂ, ਮਾਵਾਂ, ਬਜ਼ੁਰਗ ਸਾਡੇ ਉੱਥੇ ਬੈਠੇ ਹੋਏ ਨੇ ਮੋਰਚੇ ਦੇ ਵਿੱਚ। ਤੁਹਾਡਾ ਕੀ ਕਹਿਣਾ, ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਪਰ ਤੁਹਾਨੂੰ ਇਹ ਕਿਵੇਂ ਲੱਗਦਾ ਹੈ ਸਾਰਾ ਕਿ ਕੀ ਭੂਮਿਕਾ ਹੋਣੀ ਚਾਹੀਦੀ ਹੈ ਜਾਂ ਕਿਉਂ ਅਸੀਂ ਉਹ ਵਜ੍ਹਾ ਪ੍ਰਭਾਵ ਨਹੀਂ ਪਾ ਸਕੇ? ਮੇਰੀ ਇਟਸ ਓਪੀਨੀਅਨ ਹੈਗੀ ਹੈ ਕਿ ਅਗਰ ਅਸੀਂ ਉੱਥੇ ਸਾਰੇ ਹੈਗੇ ਹਾਂ ਦਿੱਲੀ 'ਚ, ਸਾਰੇ ਇਕੱਠੇ ਸਾਰੀ ਜਗ੍ਹਾ ਤੋਂ ਆ ਕੇ ਇੱਕ ਜਗ੍ਹਾ ਇਕੱਠੇ ਹੋਏ ਹਾਂ। ਉੱਦਾਂ ਹੀ ਅਸੀਂ ਨਿਊਯਾਰਕ 'ਚ ਮੋਰਚਾ ਲਾ ਰਹੇ ਹਾਂ, ਅਸੀਂ ਨਿਊ ਜਰਸੀ 'ਚ ਲਾ ਰਹੇ ਹਾਂ, ਅਸੀਂ ਕੈਲੀਫੋਰਨੀਆ 'ਚ ਲਾ ਰਹੇ ਹਾਂ। ਅਸੀਂ ਨਾਲ ਕਿਉਂ ਨਹੀਂ ਆਉਂਦੇ? ਅਸੀਂ ਹਰ ਸਟੇਟਾਂ ਤੋਂ ਨਾਲ ਆ ਕੇ ਇੱਕ ਜਗ੍ਹਾ ਕਿਉਂ ਨਹੀਂ ਖੜ੍ਹੇ ਹੁੰਦੇ? ਜਿੰਨੀ ਜ਼ਿਆਦਾ ਜਨਤਾ ਹੋਏਗੀ ਉਨਾ ਜ਼ਿਆਦਾ ਪ੍ਰਭਾਵ बढ़ेगा। ਸੋ ਅਸੀਂ ਉਹ ਕਿਉਂ ਨਹੀਂ ਕਰਦੇ? ਕੀ ਕਹੋਗੇ ਹੁਣ ਜਿਹੜਾ ਇਹ ਸਵਾਲ ਆ ਵੀ ਅਸੀਂ ਵੱਖ-ਵੱਖ ਥਾਵਾਂ ਦੇ ਉੱਤੇ ਤੇ ਬੜੇ ਬਿਖਰੇ ਹੋਏ ਆ, ਵੰਡੇ ਹੋਏ ਆ, ਇਕੱਠੇ ਹੋਣ ਦਾ ਤੁਹਾਡਾ ਕੀ ਕਹਿਣਾ ਹੈ ਅੰਤ ਦੇ ਵਿੱਚ ਇਹਦੇ ਬਾਰੇ? ਆਈ ਥਿੰਕ ਉਹਦੇ ਵਿੱਚ ਥੋੜ੍ਹਾ ਲੌਜਿਸਟਿਕਸ ਦਾ ਵੀ ਇਸ਼ੂ ਆ ਜਾਂਦਾ ਹੈ ਕਿਉਂਕਿ ਅਮਰੀਕਾ ਬਹੁਤ ਵੱਡਾ ਹੈਗਾ ਅਤੇ ਆਪਾਂ ਫਿਰ ਸਾਰੇ ਅਲੱਗ-ਅਲੱਗ ਸਿਟੀਜ਼ ਦੇ ਵਿੱਚ ਹੈਗੇ ਹਾਂ। ਅਤੇ ਉਸ ਦੇ ਲਈ ਮੈਂ ਤਾਂ ਇਹੀ ਕਹਾਂਗਾ ਕਿ ਜਾਂ ਤਾਂ ਸਾਰੀ ਅਮਰੀਕਾ ਦੀ ਲੀਡਰਸ਼ਿਪ ਨੂੰ, ਸਿੱਖ ਲੀਡਰਸ਼ਿਪ ਜਾਂ ਇੰਡੀਅਨ ਲੀਡਰਸ਼ਿਪ ਮੈਂ ਕਹਾਂਗਾ, ਕਿਉਂਕਿ ਇਕੱਲਾ ਸਿੱਖਾਂ ਦਾ ਨਹੀਂ ਮੋਰਚਾ ਹੈਗਾ, ਇੰਡੀਅਨ ਲੀਡਰਸ਼ਿਪ ਨੂੰ ਇਕੱਠੇ ਹੋ ਕੇ ਕੋਈ ਪ੍ਰੋਗਰਾਮ ਉਲੀਕਣਾ ਚਾਹੀਦਾ ਜੋ ਵਾਸ਼ਿੰਗਟਨ DC ਜੋ ਕੈਪੀਟਲ ਆ ਮੇਕ ਸੈਂਸ ਕਰਦਾ ਕਿ ਉੱਥੇ ਕੀਤਾ ਜਾਵੇ। ਅਤੇ ਆਈ ਥਿੰਕ ਉਹਦਾ ਬਹੁਤ ਜ਼ਿਆਦਾ ਪ੍ਰਭਾਵ ਹੋਏਗਾ ਅਤੇ ਵੱਡਾ ਇੰਪੈਕਟ ਹੋਏਗਾ। ਮੁੱਢਲੇ ਦਿਨਾਂ ਦੇ ਵਿੱਚ ਯੂਥ ਨੇ ਇਹਦੇ ਬਾਰੇ ਕਾਫੀ ਉਪਰਾਲੇ ਕੀਤੇ ਸੀ, ਪ੍ਰੋਟੈਸਟ ਹੋਏ ਸੀ, ਕਾਰ ਰੈਲੀਆਂ ਹੋਈਆਂ ਸੀ, ਪਰ ਉਸ ਤੋਂ ਬਾਅਦ
ਉਸ ਤਰ੍ਹਾਂ ਦਾ ਜੋਸ਼ ਇੱਥੇ ਵੇਖਣ ਵਿੱਚ ਵੀ ਨਹੀਂ ਮਿਲਿਆ। ਔਰ ਉਹਦੇ 'ਚ ਕੁਝ ਸਾਡੀ ਆਪਸੀ ਵਿਚਾਰਧਾਰਕ ਵਖਰੇਵੇਂ ਵੀ ਹੈਗੇ ਸੀ, ਜਿਹਦੇ ਵਿੱਚ ਕਿਤੇ ਨਾ ਕਿਤੇ ਗਰਮ ਖਿਆਲੀ ਜਿਸ ਤਰ੍ਹਾਂ ਦੇ ਉੱਥੋਂ ਦਾ ਇੰਡੀਆ ਦਾ ਮੀਡੀਆ ਇਹ ਐਲੀਗੇਸ਼ਨ ਲਾਉਂਦਾ ਸੀ, ਉਹ ਆਵਾਜ਼ਾਂ ਬੜੇ ਜ਼ੋਰ ਦੇ ਨਾਲ ਸਾਹਮਣੇ ਆਈਆਂ ਸਨ, ਜਿਨ੍ਹਾਂ ਨੂੰ ਸ਼ਾਇਦ ਯੂਥ ਨੇ ਪਸੰਦ ਨਹੀਂ ਕੀਤਾ ਉਸ ਤਰ੍ਹਾਂ ਦਾ। ਔਰ ਜਿਹੜੀ ਗੱਲ ਇਹ ਹੈ ਕਿ ਲੌਜਿਸਟਿਕਲੀ ਸਾਰੀਆਂ ਸਟੇਟਾਂ ਤੋਂ ਇਕੱਠੇ ਹੋ ਕੇ ਇਹ ਹਮਲਾ ਮਾਰਨਾ ਔਖਾ ਹੈ, ਪਰ ਸਾਰੀਆਂ ਸਟੇਟਾਂ ਦੇ ਵਿੱਚੋਂ ਸਿੱਖ ਲੀਡਰਸ਼ਿਪ ਵੱਲੋਂ ਆਪਣੇ ਆਪਣੇ ਹਲਕੇ ਦੇ MP ਨੂੰ ਜ਼ੋਰ ਦੇ ਕੇ, ਕਾਂਗਰਸਮੈਨ ਨੂੰ, ਸੈਨੇਟਰਸ ਨੂੰ ਇਹ ਜ਼ੋਰ ਪਾਉਣਾ ਚਾਹੀਦਾ ਹੈ। ਔਰ ਆਪਣੀਆਂ ਆਪਣੀਆਂ ਸਟੇਟਾਂ ਦੇ ਵਿੱਚ ਇਕੱਠੇ ਹੋ ਕੇ ਸ਼ਾਇਦ ਜੇ ਅਮਰੀਕਾ ਦੀ ਲੀਡਰਸ਼ਿਪ ਦੇ ਉੱਪਰ ਜ਼ੋਰ ਪਾਇਆ ਜਾਵੇ ਤੇ ਸ਼ਾਇਦ ਉੱਥੋਂ ਦੀ ਸਰਕਾਰ ਦੇ ਕੰਨਾਂ ਦੇ ਉੱਤੇ ਕੋਈ ਅਸਰ ਹੋਵੇ, ਕਿਉਂਕਿ ਬਾਹਰ ਬੈਠਾ ਇਹ ਭਾਈਚਾਰਾ ਵੀ ਇਸ ਮੋਰਚੇ ਦੀ ਸਫਲਤਾ ਤੋਂ ਬਿਨਾਂ ਕਦੀ ਵੀ ਰਾਜ਼ੀ ਨਹੀਂ ਹੋਵੇਗਾ। ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਫਿਰ ਨਵਾਂ ਮੁੱਦਾ ਤੇ ਨਵੇਂ ਪ੍ਰੋਗਰਾਮ ਨਾਲ ਤੁਹਾਡੇ ਹਾਜ਼ਰ ਹੋਵਾਂਗੇ। ਫਿਲਹਾਲ ਸਾਨੂੰ ਦਿਓ ਇਜਾਜ਼ਤ। ਤੁਹਾਡਾ PTC ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ, ਤੇ ਸਾਡੇ ਇਹਨਾਂ ਸਾਰੇ ਉਹਨਾਂ ਭੈਣ ਭਰਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਜ਼ਰੂਰੀ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਿਆ ਔਰ ਸਾਡੇ ਪ੍ਰੋਗਰਾਮ ਲਈ ਇਕੱਠੇ ਹੋਏ ਨੇ। ਬਹੁਤ ਬਹੁਤ ਸ਼ੁਕਰੀਆ।